ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ। ਪ੍ਰਕਾਸ਼ ਪ੍ਰਕਾਸ਼ ਹੀ ਕਿਉਂ ਕਿਹਾ? ਬੜੀ ਵੱਡੀ ਗੱਲ ਹੈ, ਛੋਟੀ ਨਹੀਂ। ਮੈਂ ਕਈ ਵਾਰ ਇਹ ਵਿਚਾਰ ਕਰਦਾ ਹੁੰਨਾ ਵੀ ਜਿਸ ਵੇਲੇ ਸਿੱਖ ਧਰਮ ਦੇ ਵਿੱਚ ਜਾਂ ਕਿਸੇ ਵੀ ਧਰਮ ਨਾਲ ਸੰਬੰਧਿਤ ਜਿਹੜੇ ਬਚਨ ਬੋਲੇ ਜਾਂਦੇ ਆ ਨਾ, ਉਹ ਬਚਨ ਕਹਿਣ ਮਾਤਰ ਇਦਾਂ ਲੱਗਦੇ ਆ ਵੀ ਇਹ ਪ੍ਰਚਲਿਤ ਬੋਲ ਹੈ, ਪਰ ਉਹਨਾਂ ਦੇ ਵਿੱਚ ਛੁਪਿਆ ਬਹੁਤ ਕੁਝ ਹੁੰਦਾ ਹੈ। ਸੂਤਰ ਆ ਨਾ, ਪ੍ਰਕਾਸ਼ ਸ਼ਬਦ ਸੂਤਰ ਹੈ, ਪਰ ਇਸ ਸੂਤਰ ਦੇ ਵਿੱਚ ਵਿਸਥਾਰ ਪੂਰਵਕ ਹੁਣ ਇੱਕ ਓੰਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਰੰਭਤਾ ਦੇ ਵਿੱਚ, ਜਪਜੀ ਸਾਹਿਬ ਦੀ ਆਰੰਭਤਾ ਦੇ ਵਿੱਚ ਸਭ ਤੋਂ ਪਹਿਲਾਂ ਕਿਹੜਾ ਸ਼ਬਦ ਆਉਂਦਾ ਹੈ? ਇੱਕ ਓੰਕਾਰ। ਇੱਕ ਓੰਕਾਰ ਸੂਤਰ ਹੈ। ਇੱਕ ਸੂਤਰ ਹੁੰਦਾ, ਇੱਕ ਭਾਸ਼ਾ ਹੁੰਦਾ, ਇੱਕ ਵਾਰਤਕ ਹੁੰਦਾ। ਇਹ ਤਿੰਨ ਬਚਨ ਵਿਚਾਰ ਸਾਗਰ ਵਿੱਚ ਆਉਂਦੇ ਆ। ਮੈਂ ਇਹਦੀ ਵਿਆਖਿਆ ਅੱਜ ਨਹੀਂ ਕਰਾਂਗਾ, ਕਿਉਂਕਿ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ। ਸੂਤਰ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿੰਨੀ ਬਾਣੀ ਆ ਨਾ, ਉਹ ਸੂਤਰ ਪੂਰਵਕ ਹੈ। ਸੂਤਰ ਦੇ ਵਿੱਚ ਹੀ ਸਭ ਕੁਝ ਛੁਪਿਆ ਪਿਆ। ਇੱਕ ਦਿਨ ਮੈਂ ਵਿਚਾਰ ਕਰ ਰਿਹਾ ਸੀ ਸਿੰਘਾਂ ਦੇ ਨਾਲ। ਮੈਂ ਕਿਹਾ ਜਪਜੀ ਸਾਹਿਬ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇੱਕ ਮਾਈ, ਇੱਕ ਮਾਇਆ, ਜੁਗਤ ਵਿਆਈ, ਪ੍ਰਸੂਤ ਹੋਈ। ਫਿਰ ਤਿੰਨ ਚੇਲੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਬ੍ਰਹਮਾ ਵਿਸ਼ਨੂੰ ਸ਼ਿਵ ਜੀ। ਤਿੰਨ ਚੇਲੇ ਪਰਵਾਨ। ਇਹ ਇੱਕ ਪੰਗਤੀ ਆ, ਤੇ ਇੱਕ ਜਿਹੜੀ ਪੰਗਤੀ ਆ ਇਹ ਸੂਤਰ ਰੂਪ ਹੈ। ਤੇ ਇੱਕ ਪੰਗਤੀ ਦਾ ਵਿਸਥਾਰ ਜੇ ਦੇਖਣਾ ਵੀ ਇਹਦੇ ਵਿਸਥਾਰ ਪੂਰਵਕ ਅਰਥ, ਫਿਰ ਆਪਾਂ ਨੂੰ ਵਿਦਾਂਤ ਪੜ੍ਹਨਾ ਪੈਣਾ। ਜਦੋਂ ਮੈਂ ਵਿਦਾਂਤ ਪੜ੍ਹਿਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਉਸਤਾਦਾਂ ਦੀ ਕਿਰਪਾ ਦੇ ਨਾਲ, ਉਹਦੇ ਵਿੱਚ ਦੇਖਿਆ ਵੀ ਏਕਾ ਮਾਈ, ਇੱਕ ਮਾਇਆ ਕੀ ਆ, ਜੁਗਤ ਵਿਆਹੀ, ਉਹ ਕਿਹਦੇ ਨਾਲ ਵਿਆਹੀ ਆ, ਫਿਰ ਰਜੋ ਗੁਣ, ਤਮੋ ਗੁਣ, ਸਤੋ ਗੁਣ ਕੀ ਹੈ। ਹੁਣ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹਨੂੰ ਵਿਸਥਾਰ ਪੂਰਵਕ ਸਤਿਗੁਰੂ ਲਿਖਦੇ, ਇਸ ਤੋਂ ਇਲਾਵਾ ਇੱਕ ਇੱਕ ਪੰਗਤੀ, ਇੱਕ ਪੰਗਤੀ ਆਉਂਦੀ ਆ, ਇਸ ਕਾਇਆ ਅੰਦਰ ਪਾਪ ਪੁੰਨ ਦੋਹੇ ਭਾਈ, ਦੋਹੇ ਮਿਲ ਕੇ ਸ੍ਰਿਸ਼ਟ ਉਪਾਈ। ਵੀ ਇਸ ਸਰੀਰ ਦੇ ਵਿੱਚ, ਇਸ ਤਨ ਦੇ ਵਿੱਚ, ਇਸ ਕਾਇਆ ਦੇ ਵਿੱਚ ਪਾਪ ਤੇ ਪੁੰਨ ਦੋ ਵਿਚਾਰਾਂ, ਦੋਵਾਂ ਨੇ ਮਿਲ ਕੇ ਸ੍ਰਿਸ਼ਟੀ ਪੈਦਾ ਕਰ ਦਿੱਤੀ। ਉਹਨੇ ਸੂਤਰ ਰੂਪ ਹੈ। ਹੁਣ ਜੇ ਗੁਰੂ ਸਾਹਿਬ ਨੂੰ ਖੋਲ ਕੇ ਲਿਖਦੇ ਤੇ ਮੇਰੇ ਖਿਆਲ ਫਿਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲਿਖਤੀ ਰੂਪ ਦੇ ਵਿੱਚ ਬੇਅੰਤ ਹੋ ਜਾਣੀ ਸੀ। ਸ਼ਬਦਾਂ ਦੀ ਗਿਣਤੀ ਬੇਅੰਤ ਹੋ ਜਾਣੀ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ, ਹੁਣ ਜਿਸ ਵੇਲੇ ਆਪਾਂ ਜਪਜੀ ਸਾਹਿਬ ਦੀ
ਸੋਚਿਆ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਹੁਣ ਇਹ ਸੂਤਰ ਰੂਪ ਹੈ, ਇਹਨੂੰ ਜਿੰਨਾ ਮਰਜ਼ੀ ਖੋਲ ਲਓ ਵਿਸਥਾਰ ਪੂਰਵਕ। ਖੋਲਣ ਦੇ ਲਈ ਹਾਂ ਹੋਰ ਜਿਹੜੇ ਸ਼ਾਸਤਰ ਆ ਨਾ, ਗ੍ਰੰਥ, ਉਹ ਪੜ੍ਹਨੇ ਪੈਂਦੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਧੰਨ। ਇਸ ਕਰਕੇ ਬ੍ਰਹਿਮੰਡ ਦੇ ਮਾਲਕ, ਇਸ ਕਰਕੇ ਜਿੱਥੋਂ ਸਤਿਕਾਰਯੋਗ ਵੇਦ, ਉਪਨਿਸ਼ਦ ਜਾਂ ਸਿਮਰਤੀਆਂ ਸਤਿਕਾਰਯੋਗ ਗ੍ਰੰਥ ਹੈ, ਜਿੱਥੋਂ ਇਹ ਸਤਿਕਾਰਯੋਗ ਗ੍ਰੰਥ ਖਤਮ ਹੁੰਦੇ ਆ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹਨਾਂ ਦੀ ਵਿਚਾਰ ਸ਼ੁਰੂ ਹੁੰਦੀ। ਕਿਉਂਕਿ ਸੂਤਰ ਰੂਪ ਦੇ ਵਿੱਚ ਨਾ, ਸੂਤਰ ਰੂਪ ਮੈਂ ਕਹਿ ਦਿੱਤਾ ਵੀ ਇੱਕ ਸ਼ਬਦ ਕਹਿ ਦੇਣ। ਜਿਵੇਂ ਦਲੀਲ ਦੇ ਵਜੋਂ ਮੈਂ ਸਮਝਾ ਦਿੰਨਾ, ਕਿਸੇ ਦਾ ਨਾਮ ਹੈ ਸਰਜੀਤ ਸਿੰਘ। ਸਰਜੀਤ ਸਿੰਘ ਸੂਤਰ ਰੂਪ ਹੈ। ਫਿਰ ਵਿਸਥਾਰ ਰੂਪ, ਸਰਜੀਤ ਸਿੰਘ ਦਾ ਰੰਗ ਚਿੱਟਾ, ਗੋਰਾ ਜਾਂ ਕਾਲਾ ਹੈ, ਫਲਾਨੀ ਦਸਤਾਰ ਬਣਦਾ, ਦਾੜੀ ਇਸ ਤਰ੍ਹਾਂ ਦੀ ਆ, ਮੁਛਾਰੇ ਇਸ ਤਰ੍ਹਾਂ ਦੇ ਆ, ਕੱਦ ਇੰਨਾ ਮਧਰਾ ਜਾਂ ਲੰਮਾ, ਇੰਨਾ ਕੁ ਵਜਨ ਆ, ਉਹ ਵਿਸਥਾਰ ਪੂਰਵਕ ਹੋ ਗਿਆ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮਹਾਰਾਜ ਦਾ ਇੱਕ ਇੱਕ ਸ਼ਬਦ। ਤਾਈਓ ਮਹਾਂਪੁਰਖ ਬਾਬਾ ਸੁੰਦਰ ਸਿੰਘ ਕਹਿੰਦੇ ਹੁੰਦੇ ਸੀ ਵੀ ਇੱਕ ਓੰਕਾਰ ਦੀ ਕਥਾ ਤੇ ਅਸਲ 'ਚ ਮੁੱਕਦੀ ਨਹੀਂ, ਭਾਵੇਂ 6 ਮਹੀਨੇ ਕਰੀ ਚੱਲੋ, ਸਭ ਕੁਝ ਹੈ ਹੀ ਇੱਕ ਓੰਕਾਰ ਦੇ ਵਿੱਚ। ਓੰਕਾਰ ਦੇ ਮੂਹਰੇ ਇੱਕ ਕਿਉਂ ਲਾਇਆ ਹੈ ਵੀ ਕਦੇ ਆਪਾਂ ਵਿਚਾਰ ਕਰਾਂਗੇ, ਪਰ ਇਹ ਕਿਉਂ ਲੱਗਿਆ, ਕਿਉਂ ਮਹਾਰਾਜ ਨੇ ਲਾਇਆ, ਇਹਦਾ ਕਾਰਨ ਕੀ ਸੀ, ਇਹਦਾ ਰੀਜਨ ਕੀ ਸੀ। ਇੱਕ ਦੇ ਵਿੱਚ ਹੀ ਸਭ ਕੁਝ ਸਮਾਇਆ ਹੋਇਆ। ਜਿਹੜਾ ਓੰਕਾਰ ਓਮ ਹੈ, ਓਮ ਅੱਖਰ ਤੋਂ ਓੰਕਾਰ ਬਣਦਾ। ਓਮ ਦੇ ਵਿੱਚ ਵੀ ਰਜੋ ਤਮੋ ਸਤੋ ਆਉਂਦੇ ਆ। ਲੰਮੀ ਵਿਚਾਰ ਹੋ ਜਾਣੀ। ਹਾਂ, ਇੱਥੇ ਸਮਰੱਥਾ ਬਹੁਤ ਹੈ, ਇੱਥੇ ਈਸ਼ਰ ਹੈ, ਤਾਕਤ ਬਹੁਤ ਹੈ। ਜੋਗੀ ਲੋਕ ਇੱਥੋਂ ਤੱਕ ਪਹੁੰਚੇ ਸੀ, ਪਰ ਮਹਾਰਾਜ ਨੇ ਕਿਹਾ ਓਮ ਤੋਂ ਅੱਗੇ ਇੱਕ ਹੈ ਜਿਹੜਾ ਸਰਬ ਵਿਆਪਕ ਹੈ, ਜਿਹੜਾ ਕਿਸੇ ਵਿੱਚ ਵੀ ਨਹੀਂ ਆਉਂਦਾ, ਨਾ ਉਹ ਵਿਕਾਰੀ ਆ, ਨਾ ਉਹਦਾ ਰੰਗ, ਨਾ ਰੂਪ ਚਿੰਨ੍ਹ ਆਦਿਕ। ਸੋ ਰਹੋ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਸ ਕਰਕੇ ਕਿਹਾ ਜਾਂਦਾ ਹੈ ਬ੍ਰਹਮ ਸਰੂਪ, ਬ੍ਰਹਮ ਨੇਸ਼ਟੀ, ਬ੍ਰਹਮ ਸੁਰਤਰੀ। ਨੇਸ਼ਟੀ ਕਹਿੰਦੇ ਦੇਖਣਾ, ਬ੍ਰਹਮ ਰੂਪ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਜੋ ਦ੍ਰਿਸ਼ਟੀ ਹੈ ਮਹਾਰਾਜ ਦੀ ਬ੍ਰਹਮ ਰੂਪ, ਤੇ ਬ੍ਰਹਮ ਰੂਪ ਸੁਣਨਾ। ਜਿਹੜੇ ਬ੍ਰਹਮ ਗਿਆਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਆ, ਉਹ ਬ੍ਰਹਮ ਹੀ ਵੇਖਦੇ ਆ ਤੇ ਬ੍ਰਹਮ ਹੀ ਸੁਣਦੇ ਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼। ਪ੍ਰਕਾਸ਼ ਸ਼ਬਦ ਸੂਤਰ ਰੂਪ ਹੈ। ਕਹਿਣ ਵਿੱਚ ਬਹੁਤ ਛੋਟਾ ਜਿਹਾ ਆਪਾਂ ਕਹਿ ਦਿੰਦੇ ਹਾਂ ਪ੍ਰਕਾਸ਼। ਹੁਣ ਇੱਥੇ ਮੈਂ ਬੇਨਤੀ ਕਰਾਂ ਵੀ ਜਨਮ ਨਹੀਂ ਕਿਹਾ ਮਹਾਰਾਜ ਨੇ, ਆਪਾਂ ਕਹਿੰਦੇ ਆ ਪ੍ਰਕਾਸ਼ ਰੂਪ। ਮੈਂ ਕਈ ਵਾਰ ਬੇਨਤੀ ਕੀਤੀ ਆ, 10 ਗੁਰੂ ਸਾਹਿਬਾਨਾਂ ਦਾ, ਭਗਤਾਂ ਦਾ ਵੀ ਪ੍ਰਕਾਸ਼ ਦਿਹਾੜਾ ਹੈ। ਉਹ ਪ੍ਰਕਾਸ਼ ਹੋ ਗਈ, ਕਿਉਂਕਿ ਪ੍ਰਕਾਸ਼ ਜਿਹੜਾ ਨਾ, ਉਹ ਸਹਿ ਭੰਗ ਸੁਤੇ ਪ੍ਰਕਾਸ਼ ਆਪਣੇ ਆਪ ਤੋਂ। ਉਹ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ, ਆਵਾਗਮਨ ਦੇ ਚੱਕਰ ਦੇ ਵਿੱਚ ਨਹੀਂ, 84 ਲੱਖ ਦਾ ਗੇੜ ਨਹੀਂਗਾ। ਉਹਨੂੰ ਕਹਿ ਦਿੰਦੇ ਆ ਪ੍ਰਕਾਸ਼ ਰੂਪ। ਉਹਨਾਂ ਲਾਈਟ ਆ, ਬਲਬ ਜਗੀ ਜਾਂਦਾ, ਲਾਈਟ ਬੰਦ ਕਰਤੀ, ਕਿੱਥੇ ਗਿਆ? ਫਿਰ ਇਹਨੂੰ ਆਪਾਂ ਸਵਿਚ ਨੂੰ ਔਨ ਕੀਤਾ, ਆ ਗਿਆ। ਕਿੱਥੋਂ ਆਇਆ? ਜਿੱਥੇ ਗਿਆ ਉੱਥੋਂ ਆਇਆ। ਕੌਣ ਦੱਸ ਸਕਦਾ? ਜੋ ਇਹਦੇ ਪਿੱਛੇ ਇਹਨੂੰ ਸਮਰੱਥਾ, ਇਹਨੂੰ ਤਾਕਤ, ਇਹਨੂੰ ਪਾਵਰ ਦੇ ਰਿਹਾ, ਉਹ ਅਦ੍ਰਿਸ਼ਟ ਹੈ, ਦਿਸਦਾ ਹੀ ਨਹੀਂ। ਚਲੋ ਪ੍ਰਕਾਸ਼ ਅਜੇ ਦ੍ਰਿਸ਼ਟਮਾਨ ਆਪਣੀ ਬੁੱਧੀ ਦੇ ਵਿੱਚ ਆਉਂਦਾ ਹੈ, ਫੜਿਆ ਨਹੀਂ ਜਾਂਦਾ, ਦੇਖੋ ਪਕੜਿਆ ਨਹੀਂ ਜਾਂਦਾ, ਪਰ ਦ੍ਰਿਸ਼ਟਮਾਨ ਬੁੱਧੀ ਇਹਨੂੰ ਫੜਦੀ ਹੈ।
ਦ੍ਰਿਸ਼ਟਾ ਦ੍ਰਿਸ਼ਟਾ ਹੁੰਦਾ ਇੱਕ ਤੇ ਨੇਤਰਾਂ ਨਾਲ ਦੇਖਣਾ, ਅੱਖਾਂ ਦੇ ਨਾਲ ਦੇਖਣਾ, ਜੋ ਸਾਹਮਣੇ ਅਸਥੂਲ ਰੂਪ ਦੇ ਵਿੱਚ ਵਸਤੂ ਦਿਸ ਰਹੀ ਹੈ, ਮੋਟੇ ਰੂਪ ਦੇ ਵਿੱਚ, ਸਥੂਲ ਕਹਿੰਦੇ ਆ ਮੋਟੇ ਰੂਪ ਦੇ ਵਿੱਚ, ਅੱਖਾਂ ਦੇ ਨਾਲ ਦੇਖਣਾ, ਜਿਵੇਂ ਪ੍ਰਕਾਸ਼ ਵੀ ਆਪਾਂ ਨੂੰ ਦਿਸ ਰਿਹਾ, ਦਿਸਦਾ ਰਿਹਾ ਪਰ ਇਹ ਫੜਿਆ ਨਹੀਂ ਜਾਂਦਾ, ਪਰ ਬੁੱਧੀ ਫੜ ਰਹੀ ਹੈ। ਪਰ ਇੱਕ ਸੂਖਸ਼ਮ ਹੁੰਦਾ ਦ੍ਰਿਸ਼ਟਾ, ਸੂਖਸ਼ਮ ਦ੍ਰਿਸ਼ਟਾ ਜਿਸ ਵੇਲੇ ਆਪਾਂ ਸੌਂ ਜਾਂਦੇ ਹਾਂ, ਸਥੂਲ ਨਹੀਂ ਹੁੰਦਾ, ਫਿਰ ਆਪਣੇ ਦਿਮਾਗ ਦੇ ਵਿੱਚ ਬੜਾ ਕੁਝ ਚੱਲੀ ਜਾਂਦਾ, ਉਹਨੂੰ ਵੀ ਆਪਾਂ ਦੇਖ ਰਹੇ ਹਾਂ। ਉਹਨੂੰ ਮੇਰਾ ਜਿਹੜਾ ਸਾਖਸ਼ੀ ਸਰੂਪ ਆ ਨਾ, ਜਿਹੜਾ ਸਭ ਦਾ ਦ੍ਰਿਸ਼ਟਮਾਨ ਤਿੰਨਾਂ ਦਾ ਹੀ, ਸਕੋਪ ਦੀ ਇਹਨੂੰ ਕਹਿੰਦੇ ਆ ਕਾਰਨ, ਸੁਸ਼ੁਪਤੀ ਕਾਰਨ ਦਾ ਵੀ ਦ੍ਰਿਸ਼ਟਾ ਉਹ, ਫਿਰ ਜਾਗਰਤ ਦਾ ਵੀ ਦ੍ਰਿਸ਼ਟਾ ਉਹ, ਫਿਰ ਸੁਪਨ ਦਾ ਵੀ ਦ੍ਰਿਸ਼ਟਾ, ਉਹ ਦ੍ਰਿਸ਼ਟਾ ਹੈ ਹਰ ਵੇਲੇ ਜਿਹੜਾ ਦ੍ਰਿਸ਼ਟਾ। ਇਹਨਾਂ ਤਿੰਨਾਂ ਦੇ ਵਿੱਚ ਕਰਵਟ ਆਉਂਦੀ ਹੈ, ਲੰਮੀਆਂ ਵਿਚਾਰ, ਮੈਂ ਫਿਰ ਇੱਧਰ ਵਿਦਾਂਤ ਵੱਲ ਨਾ ਜਾਵਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦ੍ਰਿਸ਼ਟਾ ਸਰੂਪ ਹੈ, ਬ੍ਰਹਮ ਸਰੂਪ ਹੈ, ਅਸਲੀ ਸਰੂਪ ਹੈ, ਜਿਹੜਾ ਮਿਟਣ ਵਾਲਾ ਨਹੀਂ, ਅਮਿਟ ਹੈ, ਅਨੰਤ ਹੈ, ਬੇਅੰਤ ਹੈ, ਅਨਿਤ ਹੈ। ਵਾਹਿਗੁਰੂ ਨਿਤ ਹੈ, ਹਰ ਰੋਜ਼ ਹੈ। ਐਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹਨਾਂ ਦਾ ਪ੍ਰਕਾਸ਼ ਦਿਹਾੜਾ, ਪ੍ਰਕਾਸ਼ ਅਰਥ ਉਹੀ ਜਨਮ ਮਰਨ, ਪਹਿਲਾ ਪ੍ਰਕਾਸ਼ ਦਿਹਾੜਾ ਆਪਾਂ ਅੱਜ ਸਾਰੇ ਮਨਾ ਰਹੇ ਹਾਂ। ਇਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਹਾਨ ਬਖਸ਼ਿਸ਼ ਆ। ਦੇਖੋ ਅੱਜ ਮੈਂ ਤੁਹਾਡੇ ਨਾਲ ਵਿਚਾਰ ਕਰਾਂਗਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ, ਪਹਿਲੇ ਪਾਤਸ਼ਾਹ ਤੋਂ ਲੈ ਕੇ 10 ਗੁਰੂ ਸਾਹਿਬਾਨਾਂ ਤੱਕ, 10 ਗੁਰੂ ਸਾਹਿਬਾਨ, 10 ਆਪਾਂ ਆਮ ਤੌਰ ਤੇ ਕਹਿੰਦੇ ਵੀ ਸਾਡੇ ਕਿੰਨੇ ਗੁਰੂ ਆ, 10 10 ਗੁਰੂ ਸਾਹਿਬਾਨਾਂ ਦੀ ਜਾਗਦੀ ਜੋਤ, ਪ੍ਰਗਟ, ਜਹਰਾ, ਜਹੂਰ, ਹਾਜ਼ਰਾ, ਹਜੂਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ। ਅੱਜ ਹੈ, ਸੀ, ਹੋਣਗੇ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇੱਕ ਗੱਲ ਧਿਆਨ ਰੱਖਿਓ, ਅੱਜ ਦੀ ਕਥਾ ਦੇ ਵਿੱਚ ਸਰਵਣ ਕਰਿਓ, ਔਰ ਸਰਵਣ ਕਰਕੇ ਕੇਵਲ ਛੱਡ ਨਾ ਜਾਏ। ਸਰਵਣ ਕਰਕੇ ਮੰਨਣਾ, ਫਿਰ ਕਮਾਈ ਕਰਨੀ, ਨਿਧਿਆਸਨ, ਫਿਰ ਉਹਦਾ ਹੀ ਰੂਪ ਹੋਣਾ। ਇਹ ਲੰਮੀ ਖੇਡ ਆ, ਪਰ ਸਰਵਣ ਕਰਕੇ ਮੰਨਿਓ, ਕਿਉਂਕਿ ਉਹ ਜੋਕੇ ਸਮਾਂ ਦੇ ਵਿੱਚ ਮੈਂ ਦੇਖਦਾ, ਤੁਸੀਂ ਦੇਖਦੇ ਆ, ਦੁਆਬੇ 'ਚ ਚੱਲ ਜੀਏ ਜਠੇਰੇ ਬਹੁਤ ਆ, ਇੱਧਰ ਦੇਖੀਏ ਮੜੀਆਂ ਬੜੀਆਂ, ਜਾਂ ਇੱਧਰ ਦੂਜੇ ਕੱਚੇ ਪਿੱਲੇ ਗੁਰੂ ਡੰਮ ਬਹੁਤ ਜ਼ਿਆਦਾ। ਮਾਝੇ ਵਿੱਚ ਚੱਲ ਜਾਓ, ਹੁਣ ਉੱਥੇ ਨਵਾਂ ਕੰਮ ਚੱਲਿਆ, ਆਹ ਜਿਹੜੇ ਈਸਾਈ ਆਏ ਆ ਸਾਡੇ ਸਿੱਖਾਂ ਨੂੰ ਗੁੰਮਰਾਹ ਕਰਕੇ, ਉਹ ਈਸਾਈ ਧਰਮ ਨਾਲ ਜੁੜੀ ਜਾਂਦੇ ਆ, ਕਿਉਂਕਿ ਮਨ ਨੂੰ ਸ਼ਾਂਤੀ ਨਹੀਂ ਨਾ ਆਉਂਦੀ, ਮਨ ਨੂੰ ਟਿਕਾਉ ਨਹੀਂ ਆਉਂਦਾਗਾ, ਮਨ ਟਿਕਦਾ ਨਹੀਂ, ਮਨ ਇਕਾਗਰ ਨਹੀਂ ਹੁੰਦਾ, ਭਰਦਾ ਹੀ ਨਹੀਂ ਮਨ। ਨਿਤ ਨਵਾਂ ਪ੍ਰਾਹੁਣਾ ਚਾਹੀਦਾ, ਨਵਾਂ ਖਸਮ। ਤੇ ਯਾਦ ਰੱਖਿਓ, ਨਵਾਂ ਪ੍ਰਾਹੁਣਾ, ਨਵਾਂ ਖਸਮ, ਨਵਾਂ ਕੰਤ ਭਾਲਣ ਵਾਲੀ ਇਸਤਰੀ, ਉਹਨੂੰ ਸੁਹਾਗਣ ਨਹੀਂ ਕਿਹਾ ਜਾਂਦਾ, ਉਹਨੂੰ ਦੁਹਾਗਣ ਕਿਹਾ ਜਾਂਦਾ। ਸੁਹਾਗਣ ਨਹੀਂ ਹੋ ਸਕਦੀ, ਦੁਹਾਗਣ। ਇਹ ਮੈਂ ਤਾਂ ਬੇਨਤੀ ਕਰਦਾ, ਕਈ ਵਾਰ ਮੈਂ ਵਿਚਾਰ ਕਰਦਾ ਹੁੰਨਾ ਆਪਣੇ ਆਪ ਹੀ, ਬੁੱਧੀ ਨਾਲ ਹੀ, ਮਨ ਨਾਲ ਹੀ। ਗੁਰੂ ਸਾਹਿਬਾਂ ਨੇ ਸਾਡੇ ਤੇ ਕੈਸੀ ਬਖਸ਼ਿਸ਼ ਕੀਤੀ, ਕੈਸੀ ਰਹਿਮਤ ਕੀਤੀ, ਕੈਸੀ ਕਿਰਪਾ ਕੀਤੀ, ਕਿਸ ਤਰ੍ਹਾਂ ਮਿਹਰਬਾਨ ਹੋਈ।
मैं कहना भी साडे कोई पूर्वले पिछले कोई कर्म ही चंगे कीते सी, यही कह सकते हैं। कैसी बख्शिश, कैसा ज्ञान दा सोमा पतत पावन भगत वशल। ज्ञान दे सोमे प्रतख गुरु नरगुण सरगुण स्वरूप। निरंकारी आवाज अगम्मी आवाज श्री गुरु ग्रंथ ਸਾਹਿਬ महाराज की बाणी सानू मिली। मतलब मैं ये कहांगा भी जहाँ तक कोई साडे पूर्वले कर्म बहुत चंगे कीते आ, पर बदकिस्मती ये आ भी असीं समझिया नहीं। नगरां दे विच पिंडां दे विच गुरधामां दे विच गुरु ग्रंथ ਸਾਹਿਬ महाराज दा प्रकाश है, होना भी चाहिए, ये नहीं कि नहीं। पर सीमत इत्थों तक रह गए, ਜਾਂ ਤਾਂ ਆਨੰਦ ਕਾਰਜ ਜਾਂ ਮ੍ਰਿਤਕ ਦੇਹ ਦੇ ਪ੍ਰਤੀ ਸ੍ਰੀ ਸਹਿਜ ਪਾਠ, ਘਰਾਂ ਦੇ ਵਿੱਚ ਅਖੰਡ ਪਾਠ ਸਾਹਿਬ, ਸਹਿਜ ਪਾਠ, ਸੁਖਮਨੀ ਸਾਹਿਬ। ਮੈਂ ਇਹਦਾ ਵਿਰੋਧੀ ਨਹੀਂ, ਇਹ ਤਾਂ ਸਾਡੀ ਪਰੰਪਰਾ ਹੈ, ਸਾਡੀ ਮਰਜ਼ਾਦਾ, ਤੇ ਟੁੱਟਾਂਗੇ ਥੋੜੀ, ਟੁੱਟਣਾ ਨਹੀਂ, ਜੁੜਨਾ ਇਹਦੇ ਨਾਲ ਹੀ। ਪਰ ਇਹਦੂ ਗਾਂ ਨਹੀਂ ਜਾਣਾ। जो ज्ञान आ गुरु ग्रंथ ਸਾਹਿਬ महाराज दे विच अप्रोकश, प्रोकश भी आ ते अप्रोकश भी आ, प्रगट है। प्रगट जहराज हूर प्रगटी गुरु ग्रंथ ਸਾਹਿਬ महाराज जो जुड़िया, जिन्हें गुरु ग्रंथ ਸਾਹਿਬ महाराज की बाणी पढ़ी, आनंद लिया, बाणी पढ़ के फिर गुरबाणी नूं विचारिया, गुरबाणी जो कहंदी उहदे मुताबक अपने जीवन नूं ढालिया, अपने जीवन दे विच शुभ गुणां नूं धारण कीता। गुरबाणी अपना ही रूप बनाउंदी आ, अपना ही, तुहानूं अपना ही रूप बना भेद कर लवेगी। ऐसी गुरबाणी सानूं महाराज दे के गए, पर पता ही नहीं क्यों, क्योंकि साडे आवागमन के चक्कर अजे बहुत आ ना, जन्म मरण के गेड़ बहुत आ। फिर मैं कहना हुन्ना अगे जदों मेरे मन में ये विचार आउंदी आ भी क्यों नहीं असीं लोग, सारे लोग क्यों नहीं बाणी के नेड़े हुंदे। नाले पता भी दुखी बहुत है, ये भी पता भी सुखी गुरबाणी नाल लग के ही होवांगे, पर फिर भी नहीं जाते। फिर मैं सोचदा गुरु ने खुद कहा, बैण भागा सत संग न लभै, बिन संगत मैल भरीजै जीओ। भी भागां तो बिना सत संगत की प्राप्ति होनी नहीं, ते संगत तो बिना ये मैल दूर नहीं होनी। वड्डे भागां दे नाल ही आपां संगत प्राप्त करते हैं ना, वड्डे भाग हुंदे आ। वड भागी जिहदे अंदरों वड प्लस भागी, वड पुणा भागी भज गया, हंकार भागी भज गया, हौमै भागी भज गया। पर जी नहीं करता, मन नहीं करता। मन क्यों नहीं करता? क्योंकि इनू जन्म जन्मांतरां दी मैल लगी हुई है। गुरु ग्रंथ साहिब महाराज दी बाणी धन है, ते चेते याद रखियो, जिवें एक विद्वान दा वचन है, वो कहंदा कोई हन्ने दी, कोई बन्ने दी, कोई पहाड़ां वाली रन्नों दी, कोई ढोल ढमक्का सरवर दा, कोई इधर नूं कोई उधर नूं, कोई सज्जे कोई खब्बे। तुरे ते बहुत फिरदे आ, पर मन नूं शांति नहीं। शांति उदन आउणी आ, महाराज कहंदे दौड़ ला, जिस दिन फिरत फिरत प्रभ आया परया तो सरनाए, नानक की प्रभ बेनती अपनी भगती लाए। जिस दिन इत्थे आ गए, श्री गुरु ग्रंथ साहिब महाराज के चरनां ते नक मस्तक हो गए। अभिबंधन, अभिबंधन का अर्थ, बंधन तो अज भी करते, इनू बंधन नहीं बोलना, बंधन हुंदे आ जिद्दां हुक्मनामा आउंदा ना, बंधना हर बंधना बंधना बंधना, उत्ते बंधना कही जाते। बंधन बंधन हुंदे आ काम क्रोध लोभ मोह हंकार आदਿਕ बंधन। बंधन दद्दे नाल बंधन, बंधन नमस्कार, महाराज नूं सजदा करनी, सीस झुकाउणा। बंधन आपां करदे आ, नमस्कार करदे आ, पर तन करके कर।
ਅਭਿਬੰਧਨ ਹੁੰਦਾ ਮਨ ਕਰਕੇ ਜਿੱਦਨ ਝੁਕ ਗਏ। ਹਜੇ ਮਨ ਨਹੀਂ ਨਾ ਦਿੱਤਾ, ਜਿੱਦਨ ਮਨ ਦੇ ਦਿੱਤਾ ਖਿੜ ਬਣ। ਅਜੇ ਮਨ ਨੂੰ ਟਿਕਾ ਹੀ ਨਹੀਂ, ਇੱਧਰ ਤੇ ਮੱਥਾ ਟੇਕ ਕੇ ਆਉਂਦੇ ਉਹਨੇ, ਰਸਤੇ ਵਿੱਚ ਕੋਈ ਮੜੀ ਕਬਰ ਮਿਲ ਗਈ, ਹੁਣ ਇੱਧਰ ਵੀ ਸੀਸ ਝੁਕਾ ਹੀ ਜਾਈਏ, ਕਿਉਂਕਿ ਸਾਰਿਆਂ ਨੂੰ ਕੋਸ਼ਿਸ਼ ਕਰਨਾ ਨਾ, ਕੋਈ ਰੁੱਸ ਨਾ ਜਾਵੇ। ਫੇਰ ਨਹੀਂ ਖਿੜ ਵਰਤੀ। ਗੁਰੂ ਤਾਂ ਕਹਿੰਦਾ ਇੱਕ ਦਾ ਹੋ ਜਾ, ਇੱਕ ਜਾਨੀ ਇੱਕ ਵੀ ਪੂਰਾ ਹੋਵੇ ਨਾ। ਚਲੋ ਹੁਣ ਇੱਥੇ ਗੱਲ ਸਵਾਲ ਕਰ ਲੈਣਗੇ ਵੀ ਜੇ ਇੱਕ ਦੇ ਹੋਈਏ ਅਸੀਂ ਤਾਂ ਇੱਕ ਦੇ ਹੀ ਹੋ ਜਾਂਦੇ ਆ ਜੀ। ਕਿਸੇ ਚੇਲੇ ਦੇ, ਕਿਸੇ ਭੂਤਾਂ ਕੱਢਣ ਵਾਲੇ ਦੇ, ਕਿਸੇ ਬਾਬੇ ਸਿਆਣੇ ਦੇ, ਕਿਸੇ ਦੇਹਧਾਰੀ ਦੇ, ਕਿਸੇ ਦੇਵੀ ਦੇਵਤੇ ਦੇ, ਪਰ ਉਹ ਤੇ ਆਪ ਨਹੀਂ ਪੂਰੇ। ਜੇ ਪੂਰੇ ਦਾ ਨਹੀਂ ਹੋਇਆ, ਇੱਕ ਦਾ ਹੋਇਆ ਵੀ ਅਧੂਰਾ। ਜੇ ਪੂਰੇ ਦਾ ਹੋਇਆ ਇੱਕ ਦਾ ਤੇ ਫਿਰ ਪੂਰਾ ਹੈ, ਤੇ ਪੂਰੇ ਦਾ ਵੀ ਹੋਇਆ ਨਾਲ ਅਧੂਰਿਆਂ ਕੋਲੇ ਵੀ ਫਿਰਦਾ ਫਿਰ ਵੀ ਅਧੂਰਾ, ਕਿਉਂਕਿ ਮਨ ਨੂੰ ਟਿਕਾ ਨਹੀਂ ਨਾ ਹੁੰਦਾ। ਮਨ ਜਿਹੜੀ ਆ ਉਹ, ਮਨ ਦੀ ਵਿਚਾਰ ਜਿਹੜੀ ਆ ਉਹ ਹਜੇ ਟਿਕੀ ਨਹੀਂ। ਮਨ ਟਿਕਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਆ। ਦੇਖੋ ਅੱਜ ਮੈਂ ਬੇਨਤੀ ਕਰਾਂਗਾ ਵੀ ਜਿਹੜੇ ਕੋਈ ਇੱਧਰ ਨੂੰ ਕੋਈ ਉੱਧਰ ਨੂੰ ਤੁਰੇ ਜਾਂਦੇ ਸੁਣਿਓ। 10 ਗੁਰੂ ਸਾਹਿਬਾਨ, ਗੁਰੂ ਨਾਨਕ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੱਦਾਂ ਗੁਰਬਾਣੀ ਦਾ ਸਤਿਕਾਰ ਕੀਤਾ, ਗੁਰੂ ਨੂੰ ਆਪਣਾ ਸਭ ਕੁਝ ਕਿੱਦਾਂ ਮੰਨਿਆ, ਸ਼ਬਦ ਨੂੰ ਸਭ ਕੁਝ ਕਿੱਦਾਂ ਮੰਨਿਆ, ਸ਼ਬਦ ਦੇ ਅਨੁਸਾਰ ਕਿੱਦਾਂ ਚੱਲੇ, ਸਭ ਕੁਝ ਕਹਿੰਦੇ ਸਾਡਾ ਗੁਰੂ ਸ਼ਬਦ। ਮਹਾਰਾਜ ਨੇ ਕੇਵਲ ਸਾਨੂੰ ਹੀ ਨਹੀਂ ਹੁਕਮ ਕੀਤਾ ਵੀ ਤੁਸੀਂ ਵੀ ਸ਼ਬਦ ਦੇ, ਨਹੀਂ, ਮਹਾਰਾਜ ਆਪ ਵੀ। ਹੁਣ ਗੁਰੂ ਨਾਨਕ ਤੋਂ ਵੱਡਾ ਕੌਣ ਹੋਇਆ ਭਾਈ? ਇਹ ਹੰਕਾਰ ਸਹਿਤ ਨਹੀਂ ਮੈਂ ਬੋਲਦਾ। ਇਹ ਗੁਣਾਂ ਨੂੰ ਜਦੋਂ ਆਪਾਂ ਗੁਣਾਂ ਨੂੰ ਤੋਲਾਂਗੇ ਨਾ, ਤੋਲੇ ਜਾਂਦੇ ਹੁੰਦੇ। ਇਹ ਨਹੀਂ ਗੱਲ ਕਿ ਨਹੀਂ ਤੋਲੇ ਜਾਂਦੇ। ਸਾਰੇ ਪੀਰ ਪਕੰਬਰ ਅਵਤਾਰ ਔਲੀਏ ਸਭ ਸਤਿਕਾਰਯੋਗ ਹੈ, ਪਰ ਸਾਰਿਆਂ ਦੇ ਗੁਣਾਂ ਨੂੰ ਜ਼ਰੂਰ ਤਰਾਜੂ ਲਵਾਂਗੇ ਨਾ, ਜਦੋਂ ਉਦੋਂ ਤਰਾਜੂ ਲੈ ਕੇ ਤੋਲਿਆ ਜਾਂਦਾ। ਤੱਕੜੀ ਲੈ ਕੇ 2 ਪੱਲੜਿਆਂ ਦੇ ਵਿੱਚ ਗੁਣ ਪਾ ਕੇ ਤੋਲਿਆ ਜਾਂਦਾ। ਇਹ ਲਾਲਾ ਦੌਲਤ ਰਾਏ ਨੇ ਵੀ ਤੋਲਿਆ। ਹਿੰਦੂ ਧਰਮ ਦਾ, ਸੰਨਿਆਸੀ ਧਰਮ ਦਾ ਬੜਾ ਵੱਡਾ ਵਿਦਵਾਨ ਸੀ, ਉਹਨੇ ਵੀ ਤੋਲਿਆ। ਉਹਨੇ ਵੀ ਇਹ ਗੱਲ ਲਿਖੀ ਆ ਵੀ ਜਿੰਨੇ ਗੁਣ ਭਰਪੂਰ ਹਰ ਪੱਖੋਂ, ਹਰ ਪੱਖੋਂ, ਹਰ ਪੱਖੋਂ, ਕਿਸੇ ਪੱਖੋਂ ਅਧੂਰਾ ਨਹੀਂ। ਜਿੰਨੇ ਗੁਣ ਗੁਰੂ ਗੋਬਿੰਦ ਸਿੰਘ ਚ, ਉਹ ਕਹਿੰਦਾ ਤ੍ਰੇਤੇ ਦੇ ਅਵਤਾਰ ਸਤਿਕਾਰਯੋਗ ਆ ਪੰਡਤ ਰਾਮ ਜੀ, ਵਾਹਿਗੁਰੂ ਭਗਵਾਨ ਰਾਮ ਜੀ, ਦੁਆਪਰ ਦੇ ਭਗਵਾਨ ਕ੍ਰਿਸ਼ਨ ਜੀ, ਉਹਨਾਂ ਦੇ ਵਿੱਚ ਵੀ ਨਹੀਂ। ਉਹਨੇ ਸਿੱਧਾ ਲਿਖਿਆ। ਇੱਕ ਗੋਰੇ ਦੀ ਬੁੱਕ ਪੰਜਾਬੀ ਦੇ ਵਿੱਚ ਟਰਾਂਸਲੇਸ਼ਨ ਹੋਈ ਸੀ, ਮੈਨੂੰ ਨਾਮ ਭੁੱਲ ਗਿਆ ਗੋਰੇ ਦਾ, ਮੈਂ ਪੜ੍ਹੀ। ਉਹਨੇ ਵੀ ਲਿਖਿਆ, ਗੋਰੇ ਨੇ, ਉਹ ਬੜਾ ਇਤਿਹਾਸ ਤੋਂ ਜਾਣੂ ਸੀ। ਉਹ ਕਹਿੰਦਾ ਮੈਂ ਕਹਿੰਦਾ ਵੀ ਜੀਸਸ ਈਸਾ ਮਸੀਹ ਸਤਿਕਾਰਯੋਗ ਆ ਸਾਰੇ ਧਰਮ, ਪਰ ਜੋ ਗੁਣ ਗੁਰੂ ਗੋਬਿੰਦ ਸਿੰਘ ਜਦੋਂ ਤੋਲਾਂਗੇ ਨਾ, ਕਹਿੰਦੇ ਵੀ ਉਹ ਸਤਿਕਾਰਯੋਗ ਹੈ ਪਰ ਗੁਣ। ਇਸੇ ਤਰ੍ਹਾਂ ਸਾਰੇ ਸਤਿਕਾਰਯੋਗ ਗ੍ਰੰਥ ਆ, ਪਰ ਜਿਹੜੇ ਗੁਣ ਆ ਨਾ, ਭਰਪੂਰ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਹੁਣ ਗੁਰੂ ਨਾਨਕ ਦੇ ਮਹਾਰਾਜ ਉਹਨਾਂ ਨੂੰ ਇਸ ਕਰਕੇ ਕਿਹਾ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਹਿੰਦੂ ਮੁਹੰਮਦ ਨੂੰ ਨਹੀਂ ਮੰਨੇਗਾ, ਮੁਹੰਮਦ ਦੇ ਜਿਹੜੇ ਪੁਜਾਰੀ ਆ ਉਹ ਰਾਮ ਨੂੰ ਨਹੀਂ ਮੰਨਣਗੇ, ਪਰ ਭਾਈ ਗੁਰਦਾਸ ਨੇ ਕਿਹਾ ਜਾਹਰ ਪੀਰ ਜਗਤ ਗੁਰ ਬਾਬਾ। ਗੁਰੂ ਨਾਨਕ ਲਈ ਸਾਰੇ ਇਸੇ ਕਰਕੇ ਤੇ ਅਖੀਰ ਵਿੱਚ ਉਹ ਲੜੇ। ਹਿੰਦੂ ਕਹਿੰਦੇ ਸਾਡਾ ਤੇ ਮੁਸਲਮਾਨ ਕਹਿੰਦੇ ਠੀਕ ਆ, ਉਹ ਲੜੇ ਗਲਤ ਹੈ। ਗੁਰੂ ਨਾਨਕ ਇੱਕ ਹੀ ਕਰਦੇ ਆਏ, ਪਰ ਉਹ ਇੱਕ ਅੱਜ ਤੱਕ ਵੀ ਨਹੀਂ ਹੋਏ। ਪਰ ਇਹਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਮੁਹੱਬਤ ਸੀ, ਤੀਰ ਸੀ। ਤਾਂ ਕਰਕੇ ਕਿਹਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਫਿਰ ਹੁਣ ਗੁਰੂ ਨਾਨਕ ਦਾ ਵੀ ਤਾਂ ਗੁਰੂ ਕੋਈ ਹੋਵੇਗਾ ਨਾ। ਗੁਰੂ ਨਾਨਕ ਦਾ ਗੁਰੂ ਦੇਖੋ, ਸਰੀਰ ਨਹੀਂ ਕੋਈ, ਕਾਇਆ ਨਹੀਂ ਕੋਈ। ਮੈਂ ਇਤਿਹਾਸ ਤੁਹਾਡੇ ਨਾਲ ਗੁਰੂ ਨਾਨਕ ਦਾ ਸਾਂਝਾ ਨਹੀਂ ਕਰਨਾ, ਕਿਉਂਕਿ ਵਿਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ। ਦਾਸ ਸਾਂਝਾ ਕਰ ਰਿਹਾ ਤੁਹਾਡੇ ਨਾਲ ਵਿਸ਼ਾ ਵੀ ਗੁਰੂ ਨਾਨਕ ਦਾ ਵੀ ਗੁਰੂ ਹੈ। ਮੋਟੇ ਸ਼ਬਦਾਂ ਵਿੱਚ ਮਹਾਰਾਜ ਨੇ ਲਿਖਿਆ, ਕੋਈ ਲੁੱਕ ਨਹੀਂ। ਸਿੱਧਾ ਨੇ ਪੁੱਛਿਆ
तेरा कवन गुरु किसका तू चेला। महाराज ने उत्ते सीधा क्या महाराज कहते शब्द गुरु सुरत धुन चेला। शब्द गुरु आ भाई ते शब्द दे विच जिहड़ी सुरत जोड़नी ये चेला। नहीं तो गुरु नानक नूं सब ने ही याद किया, सब ने ही चेते किया। गुरु नानक नूं सारियां ने अपना, किसी ने पीर मन्निया, किसी ने अपनी भाषा विच देवता मन्निया, किसी ने अपनी बोली विच मुनि मन्निया, किसी ने अपनी भाषा दे विच पीर मन्निया, किसी ने गुरु मन्निया। जिवें जिवें वो भाषा सी वो ते हुण मुसलमान पीर ही कहंदे। आपां गुरु कहने, आपां बापू भी कह दिंदे, हिंदू गुरु कहंदे, आपां भी गुरु कहने। चीनिया ने भी कहा, उन्होंने अपनी भाषा दे विच जो उन्हां दी भाषा, उन्होंने भी गुरु नानक नूं कहंदे साडा ये पीर है, गुरु है। हुण इन्हां नूं सिद्ध करन दे लई भी गुरु नानक ब्रह्मंड दे मालक जिन्ने पीर पैगंबर अवतार औलीए ऋषि मुनि जिन्ने होए उन्हां दे गुरु किद्दां होए, उन्हां नूं सिद्ध करन दे लई तुहानूं बाणी नूं ही पुछना पैंदा। बाणी आपां नूं सारे रस्ते दिखाउंदी है सारे। पर याद रखियो मन दा जिहड़ा मन दी जिहड़ी सूई है ना वो इत्थे रवे भी गुरु ग्रंथ साहिब महाराज 10 गुरु साहिबानां दी जागदी जोत एक ओंकार तो लैके 18 10 20 तक साहिब श्री गुरु ग्रंथ साहिब ही मेरे गुरु है। फिर गुरु नानक दे ये चेते रखियो नाल, गुरु नानक देखो शब्द गुरु सुरतन चेला। जिस गुरु नानक नूं सृष्टि ने ब्रह्मंड ने शीश झुकाया। मैं जो सवैये पढ़े ना भट्टां दे सवैये, उहदे विचों मैं 2-4 शब्द तुहाडे नाल व्याख्या रूप विच सांझे करना जरूरी है ना, क्योंकि जिन्ने होए आ उहदे विच दस्सिया भट्टां ने। कब नाम दा भट्ट है, उहने दस्सिया भी जिन्ने भी पीर पैगंबर सब गुरु नानक दे चरना ते नक मस्तक हुंदे आ। कहंदा एक मन पुरख ध्याए वर दाता। एक मन करके पुरख पूरा वर दाता, वरां नूं देण वाला, सब वर देण वाला। संत सहार सदा बखियाता। संतां दा सहार, महापुरखां दा सहार सहारा सदा बखियाता। बखियाता कहंदे प्रगटी जाहरी। तास चरण ले हृदय बसावो। तास उस दे चरण, कमल श्री के चरण हृदय हृदय दे विच बसावो। किहदे तो परम गुरु नानक गुण गावो। हुण ये भट्ट ने कहा, कहंदा जिहड़ा गुरु नानक सारियां दा गुरु आ, सारियां दा सहारा, धरती दा सहारा, सृष्टि दा सहारा, उस गुरु नानक दे कमल श्री के चरण मैं अपने हृदय विच ध्या के मैं दसदा। भट्ट कहंदा कब नाम दा भट्ट। सुनो हुण गिनी चलियो, गिनती तुसीं आप कर लिओ। जिहड़े कबरां ते मड़ियां मसाणियां ते देवी देवतियां ते, मैं ते हैरान इत्थों तक साडी बुद्धि इन्नी कि ज़्यादा कमज़ोर हो गई भी मैं कहना भी पिंडां दे विच कोई बुढ़ी आदक, कोई बंदा आदक, चंगे चंगे पढ़े लिखे एजुकेशन लोग, BA MA डिग्रियां वाले भी, ते जिहड़ी पिंड दे विच पिंडां दे विच पुच्छां देण वाली झल्ली जी होवे ना, कोई कमली जी, चंगे चंगे पढ़े लिखे कहंदे साडे ते तां इसे ने किरपा कीती है। बस लोक स्वार्थ नाल जुड़े आ, होर कुछ नहीं। हुण याद रखियो भट्ट की कहंदा, कहंदा गावो गुण परम गुरु सुख सागर, दुरत निवारण शब्द सरे। जिहड़ा शब्द सरे, शब्द दा सरे कहंदे आ सोमा। शब्द कहंदे ज्ञान नूं, ज्ञान दा सोमा। उस निरंकार गुरु नानक दे गुण गावो गुण परम गुरु। परम कहंदे वड्डा, सब तो वड्डा। ज्ञान ध्यान किछ कर्म ना जाना, सार ना जाना तेरी, सब ते वड्डा सतगुर नानक। ओही गल गावो गुण परम गुरु सुख सागर। सुखां दे सागर, दुरत निवारण। दुरत कहंदे दुखां नूं
ਨਿਵਾਰਨ ਵਾਲੇ ਕੌਣ ਆ? ਗੁਰੂ ਨਾਨਕ। ਭੱਟ ਕਹਿੰਦੇ ਇਹਦੇ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਗਾਵੇ ਹੈ ਗੰਭੀਰ। ਗੰਭੀਰ ਕਹਿੰਦੇ ਜਿਹੜੇ ਗੁਣੀ ਗਿਆਨੀ, ਡੂੰਘੇ ਅੰਸ਼ੇ ਵਾਲੇ, ਉਹ ਵੀ ਗਾਉਂਦੇ ਆ, ਯਾਦ ਕਰਦੇ ਆ ਕਿਹਨੂੰ? ਗੁਰੂ ਨਾਨਕ ਨੂੰ। ਗਾਵੇ ਹੈ ਗੰਭੀਰ। ਧੀਰ, ਧੀਰ ਕਹਿੰਦੇ ਧੀਰਜਵਾਨ, ਜਿਨ੍ਹਾਂ 'ਚ ਧੀਰਜ ਬਹੁਤ ਜ਼ਿਆਦਾ ਹੁੰਦੀ ਆ, ਉਹ ਵੀ ਗਾਉਂਦੇ ਆ ਕਿਹਨੂੰ? ਗੁਰੂ ਨਾਨਕ ਨੂੰ। ਮਤ ਸਾਗਰ, ਉੱਚੀ ਮੱਤ ਵਾਲੇ, ਜਿਹੜੇ ਉੱਚੀ ਮੱਤ ਵਾਲੇ ਸ਼ੁਭ ਗੁਣਾਂ ਵਾਲੇ ਹੋਏ ਆ, ਇਹਦੇ ਵਿੱਚ ਆ ਜਾਂਦੇ ਆ ਸਾਧੂ, ਮਹਾਤਮਾ, ਗੁਰਮੁਖ, ਤਤ ਬਿੱਤੇ, ਬ੍ਰਹਮ ਗਿਆਨੀ, ਇਸ ਪੰਕਤੀ ਵਿੱਚ ਆਉਣਗੇ। ਗਾਵੇ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ। ਜੋਗੀ ਜੰਗਮ, ਜੋਗੀ ਜੰਗਮ ਤੋਂ ਅਰਥ ਆ ਜਿਹੜੇ ਜੋਗੀ ਆ ਜਾਂਦੇ ਆ, ਜੰਗਮ ਆ ਜਾਂਦੇ ਆ, ਸਰੇਵੜੇ ਆ ਜਾਂਦੇ ਆ। ਜੋਗੀਆਂ ਨੇ 12 ਪੰਥ ਚਲਾਏ ਸੀ, ਗੋਰਖਨਾਥੁਰੀ, ਉਹ ਵੀ ਜੋਗੀ ਜੰਗਮ ਧਿਆਨ ਧਰੇ, ਉਹ ਵੀ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰ ਕੇ। ਕਿਉਂਕਿ ਗੋਰਖ, ਭਾਈ ਗੁਰਦਾਸ ਨੇ ਲਿਖਿਆ, ਦੇਖੋ ਸਿੱਧਾਂ ਨੇ ਵੀ ਗੁਰੂ ਨਾਨਕ ਨੂੰ ਸੀਸ ਝੁਕਾਇਆ। ਬਾਬੇ ਡਿੱਠੀ ਪ੍ਰਿਥਵੀ ਨਵਖੰਡ, ਜਿੱਥੋਂ ਤੱਕ 9 ਖੰਡ, ਜਿੱਥੋਂ ਤੱਕ ਵੀ ਦ੍ਰਿਸ਼ਟੀ ਚ ਪਈ। ਬਾਬੇ ਡਿੱਠੀ ਪ੍ਰਿਥਵੀ ਨਵਖੰਡ, ਜਿੱਥੇ ਤੱਕ ਆਈ, ਫਿਰ ਚੜੇ ਜਾਏ ਸੁਮੇਰ ਪਰ, ਸਿੱਧ ਮੰਡਲੀ ਦ੍ਰਿਸ਼ਟੀ ਆਈ। ਸਿੱਧ ਪੁੱਛਣ ਸੁਣ ਬਾਲਿਆ, ਕਿਉਂਕਿ ਮਹਾਰਾਜ ਦੀ ਉਮਰ ਛੋਟੀ ਸੀ ਤਾਂ ਬਾਲਿਆ ਕਹਿੰਦੇ ਸੀ। ਸਿੱਧ ਪੁੱਛਣ ਸੁਣ ਬਾਲਿਆ, ਤੋਏ ਕੌਣ ਸ਼ੱਕ ਤੇ ਇੱਥੇ ਲੈ ਆਈ। ਮਹਾਰਾਜ ਕਹਿੰਦੇ ਹਉ ਜਪਿਆ ਪਰਮੇਸ਼ਰ ਹੋ। ਇੱਥੇ ਮਹਾਰਾਜ ਨੇ ਕੀ ਕਿਹਾ? ਦੇਖੋ ਸ਼ਬਦ ਦੀ ਗੱਲ ਕੀਤੀ ਨਾ। ਸਿੱਧਾਂ ਨੂੰ ਇਹ ਨਹੀਂ ਕਿਹਾ ਵੀ ਕਿਸੇ ਦੇਵੀ ਦੇਵਤੇ ਦਾ, ਕਿਸੇ ਪੀਰ ਪਕੰਬਰ ਦਾ, ਕਿਸੇ ਮੜੀ ਮਸਾਣੀ ਦਾ, ਜਾਂ ਮੈਂ ਕੋਈ ਉਹਦਾ, ਨਹੀਂ। ਪਰਮੇਸ਼ਰ ਉਹ ਜਿਹੜਾ ਵਿਆਪਕ ਆ, ਵਾਹਿਗੁਰੂ। ਸ਼ਬਦ ਦਾ, ਸ਼ਬਦ ਦੀ ਅਰਾਧਨਾ ਕੀਤੀ, ਸ਼ਬਦ ਦਾ ਧਿਆਨ ਜੋੜਿਆ। ਹਉ ਜਪਿਆ ਪਰਮੇਸ਼ਰ, ਭਾਉ ਭਗਤ ਸੰਗ ਤਾੜੀ, ਕਹਿੰਦੇ ਸਮਾਧੀ। ਪ੍ਰੇਮਾ ਰੂਪੀ ਭਗਤੀ ਦੇ ਵਿੱਚ ਤਾੜੀ ਲਾ ਕੇ ਇੱਥੋਂ ਤੱਕ ਪਹੁੰਚੇ ਆ ਸਿੱਧ ਜੀ। ਸਿੱਧਾਂ ਨੂੰ ਮਹਾਰਾਜ ਨੇ ਪ੍ਰੇਮ ਜਿਵੇਂ ਸਿੱਧੇ ਸਿੱਧੇ ਕਰ ਦਿੱਤਾ, ਸਿੱਧੇ ਡੰਡੇ ਵਾਂਗ। ਸਿੱਧਾਂ ਨੇ ਵੀ ਸੀਸ ਝੁਕਾਇਆ, ਮੌਲਵੀਆਂ ਨੇ ਸੀਸ। ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹ ਲਓ। ਭੱਟ ਕਹਿੰਦਾ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਗਾਵਹਿ ਹੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ। ਗਾਵਹਿ ਇੰਦਰਾਦ ਭਗਤ ਪ੍ਰਹਿਲਾਦਕ। ਹੁਣ ਇੰਦਰ ਤੋਂ ਲੈ ਕੇ ਆਦ ਜਦੋਂ ਸ਼ਬਦ ਆ ਜਾਂਦਾ ਨਾ, ਜਿਵੇਂ ਆਪਾਂ ਕਹਿੰਦੇ ਕਾਮ ਆਦਿਕ, ਸੰਤੋਖ ਆਦਿਕ, ਉਦੋਂ ਨਾਲ ਸਾਰੇ ਲੱਗ ਜਾਂਦੇ। ਜੇ ਸੰਤੋਖ ਆਦਿਕ ਕਹਿ ਦਿੱਤਾ, ਸੰਤੋਖ ਦੇ ਨਾਲ ਦਇਆ ਵੀ ਆ ਗਈ, ਫਿਰ ਵਿਵੇਕ ਵੀ ਆ ਗਿਆ, ਸੁਚਮਤਾ ਵੀ ਆ ਗਈ, ਸਭ ਗੁਣ ਆ ਗਏ। ਇੰਦਰਾਦ, ਇੰਦਰ ਦੇਵਤੇ ਤੋਂ ਲੈ ਕੇ ਇੰਦਰਾਦ, ਫਿਰ ਭਗਤ ਪ੍ਰਹਿਲਾਦ, ਭਗਤ ਪ੍ਰਹਿਲਾਦ ਆਦਿਕ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਗਾਵੇ ਹੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ। ਗਾਵੇ ਇੰਦਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਿਨ ਜਾਣਿਓ। ਜਿਨ੍ਹਾਂ ਨੇ ਆਤਮਾ ਦੇ ਰਸ ਨੂੰ ਜਾਣਿਆ, ਇਹਨਾਂ ਸਾਰਿਆਂ ਨੇ ਕਿਹਨੂੰ ਗਾਇਆ? ਹੁਣ ਪੁੱਛੋ ਭੱਟ ਨੂੰ। ਕਬ ਕਲ, ਭੱਟ ਕਹਿੰਦਾ ਹੈ, ਉਹ ਕਹਿਣ ਲੱਗਾ ਕਬ ਕਲ ਸੁਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਇਹ ਭੱਟ ਕਹਿ ਰਿਹਾ, ਕਹਿੰਦਾ ਵੀ ਗੁਰੂ ਨਾਨਕ ਨੇ, ਜਿਸ ਨੇ ਬ੍ਰਹਮੰਡ ਤੇ ਆ ਕੇ ਰਾਜ ਕੀਤਾ, ਸਭ ਨੇ ਗੁਰੂ ਨਾਨਕ ਨੂੰ ਗਾਇਆ। ਹੁਣ ਦੂਜਾ ਸ਼ਬਦ ਮੈਂ ਤੁਹਾਡੇ ਨਾਲ ਅਗਲਾ ਸ਼ਬਦ ਸ਼ੇਅਰ ਕਰਦਾ। ਦੇਖੋ ਗੁਰੂ ਨਾਨਕ ਨੂੰ ਸਭ ਗਾ ਰਹੇ ਨੇ। ਜਨਕਾਦ ਜੁਗਤ ਜੋਗੇਸ਼ਰ, ਗਾਵੇ ਹੈ ਜਨਕਾਦ ਜੁਗਤ ਜੋਗੇਸ਼ਰ, ਹਰ ਰਸ ਪੂਰਨ ਸਰਬ ਕਲਾ। ਜਨਕਾਦ, ਜਨਕ ਭਗਤ, ਸਭ ਤੋਂ ਵੱਡਾ ਭਗਤ ਰਾਜਾ ਜਨਕ ਹੈ। ਉਹਨੇ ਵੀ ਗਾਇਆ ਕਿਹਨੂੰ? ਗੁਰੂ ਨਾਨਕ ਨੂੰ। ਜਨਕਾਦ ਜੁਗਤ ਜੋਗੇਸ਼ਰ, ਵੱਡੇ ਵੱਡੇ ਜੋਗੇਸ਼ਰ, ਈਸ਼ਰ ਦਾ ਅਰਥ ਕਰਾਂਗੇ ਈਸ਼ਰ। ਵੱਡੇ ਵੱਡੇ ਜਿਹੜੇ ਜੋਗੀ ਲੋਕ ਹੋਏ ਆ,
ਗੋਰਖ ਵਰਗੇ, ਭੰਗਰਨਾਥ ਵਰਗੇ ਜੁਗਤ ਉਹ ਵੀ ਜੁੜੇ ਕਿਹਦੇ ਨਾਲ? ਹਰ ਰਸ ਪੂਰਨ ਸਰਬ ਕਲਾ। ਸਰਬ ਕਲਾ, ਸਾਰੀਆਂ ਕਲਾ ਦਾ ਸਮਰੱਥ, ਸੰਪੂਰਨ ਕਲਾ ਗੁਰੂ ਨਾਨਕ। ਹਰ ਰਸ ਪੂਰਨ, ਉਹਨਾਂ ਨੇ ਗੁਰੂ ਨਾਨਕ ਨੂੰ ਗਾਇਆ। ਆਪ ਵੀ ਹਰੀ ਦੇ ਰਸ ਦੇ ਸਮੇਤ ਹੋਏ ਤੇ ਗੁਰੂ ਨਾਨਕ ਤੇ ਹਰ ਰਸ ਸਮੇਤ ਹੈਗੇ ਹੀ ਆ। ਗਾਵਹਿ ਜਨਕਾਦ ਜੁਗਤ ਜੁਗੇਸਰ, ਹਰ ਰਸ ਪੂਰਨ ਸਰਬ ਕਲਾ। ਗਾਵਹਿ ਸਨਕਾਦ ਆਦ। ਮਹਾਰਾਜ ਕਹਿਣ ਲੱਗੇ ਗਾਵਹਿ ਸਨਕਾਦ ਸਿੱਧ ਸਿਧਾਦਕ। ਜਿਹੜੇ ਸਨਕਾਦ ਦੇ ਬ੍ਰਹਮਾ ਦੇ 4 ਪੁੱਤਰ ਹੈ, ਸਨਕ ਸਨੰਦਨ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਣਾ। ਇਹ ਗੁਰਬਾਣੀ ਦਾ ਬਚਨ, ਇਹ ਬ੍ਰਹਮਾ ਦੇ। ਹੁਣ ਗਾਵੈ ਸਨਕਾਦ, ਬ੍ਰਹਮਾ ਦੇ 4 ਪੁੱਤਰਾਂ ਨੇ ਵੀ ਗਾਇਆ। ਕਿਹਨੂੰ ਗਾਇਆ? ਗੁਰੂ ਨਾਨਕ ਨੂੰ। ਗਾਵੈ ਸਨਕਾਦ ਸਿੱਧ ਸਿਧਾਦਕ। ਸਿੱਧ ਸਿਧਾਦਕ ਜਿਹੜੇ ਸਿੱਧ ਲੋਕ ਆ ਨਾ, ਅੱਜ ਵੀ ਸਿੱਧ ਲੋਕ ਹੈ। ਸਿਧਾਦਕ ਜਿਨ੍ਹਾਂ ਨੇ ਆਪਣੇ ਮਨ ਦੇ ਉੱਪਰ ਕਾਬੂ ਕੀਤਾ, 5 ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ ਰੋਕ ਕੇ ਰੱਖਿਆ। ਉਹ ਮਨ ਜਨ ਗਾਵਿਆ ਛਲ ਛਲਾ। ਅਛਲ ਛਲਾ, ਛਲਣ ਤੋਂ ਰਹਿਤ ਉਹਨਾਂ ਨੂੰ ਕੋਈ ਛਲ ਨਹੀਂ ਸਕਦਾ। ਕਿਹਨੂੰ? ਉਹਨਾਂ ਸਿੱਧਾਂ ਨੂੰ ਵੀ ਤੇ ਔਰ ਗੁਰੂ ਨਾਨਕ ਨੂੰ ਵੀ। ਮਨ ਜਨ, ਮੁਨੀ ਜਨ, ਜਨ ਕਹਿੰਦੇ ਸੇਵਕ, ਮੁਨੀ ਲੋਕ ਜਿਹੜੇ ਆ ਜਾਂਦੇ ਆ, ਮੌਨ ਧਾਰਨ ਕਰਕੇ ਰੱਖਦੇ ਆ, ਉਹਨਾਂ ਨੇ ਵੀ ਗਾਇਆ। ਕਿਹਨੂੰ ਗਾਇਆ ਭਾਈ? ਗੁਰੂ ਨਾਨਕ ਨੂੰ। ਗਾਵੈ ਗੁਣ ਧੂਮ ਅਟਲ ਮੰਡਲ ਵੈ। ਧੂਮ ਇੱਕ ਭਗਤ ਹੋਇਆ, ਅਟਲ ਮੰਡਲ ਵੈ। ਮੰਡਲ ਵੈ ਆਕਾਸ਼ ਦੇ ਵਿੱਚ ਜਿਹੜਾ ਧਰੂ ਭਗਤ ਅਟਲ ਹੈ, ਉਹਨੇ ਵੀ ਗਾਇਆ। ਭਗਤ ਭਾਏ ਰਸ ਜਾਣਿਓ, ਉਹਨਾਂ ਨੇ ਗੁਰੂ ਨਾਨਕ ਦੇ ਗੁਣ ਨੂੰ ਗਾ ਕੇ, ਉਹ ਮਹਾਰਾਜ ਦੇ ਗੁਣਾਂ ਨੂੰ ਗਾ ਕੇ ਰਸ ਦੇ ਸਹਿਤ ਹੋ ਗਏ। ਭਾਏ ਭਗਤ ਭਾਏ ਰਸ ਜਾਣਿਓ, ਕਬ ਕਲ ਸੁਜਸ ਗਾਵੋ ਗੁਰੂ ਨਾਨਕ। ਕਲ ਨਾਮ ਦਾ ਪੱਟ ਕਹਿੰਦਾ ਸੁਜਸ, ਉਹਨਾਂ ਨੇ ਸ੍ਰੇਸ਼ਟ ਜਸ ਗਾਇਆ ਗੁਰੂ ਨਾਨਕ ਨੂੰ। ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜਯੋਗ ਜਿਨ ਮਾਣਿਓ। ਇਹ ਤੀਸਰਾ ਚੌਥਾ ਸ਼ਬਦ ਨੂੰ ਸਾਂਝਾ ਕਰਾਂ ਮੈਂ ਤੁਹਾਡੇ ਨਾਲ। ਇਹ ਮੈਂ ਨਾ ਗਿਣਾ ਰਿਹਾ ਤੁਹਾਨੂੰ, ਤਾਂ ਥੋੜੇ ਜਿਹੇ ਅਰਥ ਆਪਾਂ ਸ਼ਬਦ ਦੇ ਕਰਕੇ ਜਾਵਾਂਗੇ। ਗਾਵਹਿ ਕਪਲਾਦ ਆਦ। ਜਿਹੜਾ ਕਪਲ ਰਿਖੀ ਹੈ ਨਾ, ਇਹਨੂੰ ਕਹਿੰਦੇ ਆ ਕਪਲ ਰਿਖੀ। ਜਿਹੜਾ ਕਪਲ ਰਿਖੀ ਆ, ਉਹਨੇ ਵੀ ਗੁਰੂ ਨਾਨਕ ਨੂੰ ਗਾਇਆ, ਯਾਦ ਕੀਤਾ। ਗਾਵਹਿ ਕਪਲਾਦ ਆਦ ਅਪਰੰਪਰ ਅਵਤਾਰ ਵਰੋ। ਜਿਹੜਾ ਉਹ ਅਵਤਾਰ ਹੈ ਗੁਰੂ ਨਾਨਕ ਅਪਰੰਪਰ, ਜਿਹਦਾ ਆਪਾਂ ਕਹਿੰਦੇ ਆ ਵੀ ਉਹਦਾ ਅੰਤ ਨਹੀਂ ਪਾਇਆ ਜਾਂਦਾ। ਅਪਰੰਪਰ ਅਵਤਾਰ ਵਰੋ। ਫਿਰ ਕਹਿੰਦੇ ਗਾਵੈ, ਯਾਦ ਕਰਦਾ। ਜਮ ਦਗਨ ਪਰਸਰਮੇਸ਼ਵਰ ਕਰ ਕੁਠਾਰ ਰਗ ਤੇਜ ਹਰਿਓ। ਜਮ ਦਗਨ ਕਿਹਨੂੰ ਕਹਿੰਦੇ ਆ? ਜਮ ਦਗਨ ਇੱਕ ਰਿਸ਼ੀ ਹੋਇਆ ਤੇ ਉਹਦਾ ਪੁੱਤਰ ਹੋਇਆ ਪਰਸਰਾਮ। ਪਰਸਰਾਮ ਦੇ ਹੱਥ ਵਿੱਚ ਇੱਕ ਕੁਹਾੜਾ ਹੁੰਦਾ ਸੀ। ਕਰ ਕੁਠਾਰ, ਕਰ ਕਹਿੰਦੇ ਹੱਥ ਨੂੰ, ਕੁਠਾਰ ਕਹਿੰਦੇ ਕੁਹਾੜੇ ਨੂੰ। ਰਗ ਤੇਜ ਹਰਿਓ। ਰਗ ਕਹਿੰਦੇ ਆ ਭਗਵਾਨ ਰਾਮਚੰਦਰ ਨੇ ਕੁਹਾੜਾ ਵੀ ਖੋਲਿਆ ਸੀ ਤੇ ਪਰਸਰਾਮ ਦਾ ਜਿਹੜਾ ਤੇਜ ਪ੍ਰਕਾਸ਼ ਸੀ ਉਹ ਵੀ ਹਰਿਓ ਖਿੱਚ ਲਿਆ ਸੀ। ਉਹਨੇ ਵੀ ਗਾਇਆ, ਰਾਮਚੰਦਰ ਨੇ ਵੀ ਗਾਇਆ। ਕਪਲਾਦ ਆਦ ਰਿਸ਼ੀ ਜਿਹੜੇ ਸੀਗੇ, ਉਹਨੇ ਵੀ ਗਾਇਆ। ਫਿਰ ਮਹਾਰਾਜ ਕਹਿਣ ਲੱਗੇ ਉਦੋਂ ਅਕਰੂਰ ਬਿਦਰ ਗੁਣ ਗਾਓ। ਭੱਟ ਕਹਿੰਦਾ ਉਦੋਂ ਭਗਤ ਹੈ ਇਹ ਭਗਵਾਨ ਕ੍ਰਿਸ਼ਨ ਦਾ। ਅਕਰੂਰ ਇਹ ਵੀ ਭਗਤ ਭਗਵਾਨ ਕ੍ਰਿਸ਼ਨ ਦਾ। ਬਿਦਰ ਇਹ ਵੀ ਭਗਤ ਭਗਵਾਨ ਕ੍ਰਿਸ਼ਨ ਦਾ। ਉਦੋਂ ਅਕਰੂਰ ਬਿਦਰ ਗੁਣ ਗਾਵੇ। ਸਰਬਾਤਮ ਜਿਨ ਜਾਣੇ, ਸਾਰਿਆਂ ਵਿੱਚ ਜਿਸ ਨੇ ਆਤਮਾ ਜਾਣੀ, ਗਾਵੇ ਗੁਣ। ਉਦੋਂ ਅਕਰੂਰ ਬਿਦਰ ਗੁਣ ਗਾਵੇ, ਸਰਬਾਤਮ ਜਿਨ ਜਾਣਿਓ। ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜਯੋਗ ਜਿਨ ਮਾਣਿਓ। ਇਹਨਾਂ ਨੇ ਗਾਇਆ। ਅਗਲਾ ਬਚਨ ਫਿਰ ਪੜੋ। ਗਾਵੇ ਗੁਣ 4 ਵਰਨ ਖੱਟ ਦਰਸ਼ਨ, ਬ੍ਰਹਮਾਦਿਕ ਸਮਰੰਥ ਗੁਣਾ। ਜਿਹੜਾ ਬ੍ਰਹਮਾ ਆਦਿਕ ਆ ਨਾ, ਸਮਰੰਥ ਗੁਣਾ, ਸਾਰੇ ਗੁਣਾ ਦੇ ਸਹਿਤ ਆ। 4 ਵੇਦ ਜੋ ਰਚੇ ਸੀ ਉਹ ਵੀ ਗਾਉਂਦਾ ਕਿਹਨੂੰ? ਗੁਰੂ ਨਾਨਕ ਨੂੰ।
ਚਾਰ ਵਰਨ ਬ੍ਰਾਹਮਣ ਖੱਤਰੀ ਸ਼ੂਦਰ ਵੈ ਸਾਧਕ। ਖੱਟ ਦਰਸ਼ਨ ਛੇ ਸ਼ਸਤਰ ਜਿਹੜੇ ਆ, ਵਾਹਿਗੁਰੂ ਖੱਟ ਦਰਸ਼ਨ ਜਿਹੜੇ ਹੈਗੇ ਆ, ਜੋਗੀ ਜੰਗਮ ਸਰੇਵੜੇ, ਇਹਨਾਂ ਨੇ ਵੀ ਗਾਇਆ। ਗਾਵੇ ਗੁਣ ਸੇਸ ਸਹਸ ਜੇਬਾ ਰਸ ਆਡ ਅੰਤ ਲਿਵ ਲਾਗ ਧੁਨ। ਜਿਹੜਾ ਸ਼ੇਸ਼ ਨਾਗ ਆ ਨਾ, ਸਹਸ ਹਜ਼ਾਰਾਂ ਹੀ ਜੇਬਾਂ ਜਿਹਦੇ ਕੋਲੇ, ਆਡ ਅੰਤ, ਆਡ ਤੋਂ ਲੈ ਕੇ ਅੰਤ ਤਾਈਂ ਉਹਦੀ ਲਿਵ ਲੱਗੀ ਰਹਿੰਦੀ ਆ, ਉਹਨੇ ਵੀ ਗਾਇਆ। ਭੱਟ ਕਹਿੰਦਾ ਕਿ ਇਹਨੂੰ ਗੁਰੂ ਨਾਨਕ ਨੂੰ। ਗਾਵੇ ਗੁਣ ਮਹਾਦੇਵ ਬਰਾਗੀ ਜਿਨ ਧਿਆਨ ਨਿਰੰਤਰ ਜਾਣਿਓ। ਜਿਸ ਨੇ ਨਿਰੰਤਰ ਉਸ ਅਕਾਲ ਪੁਰਖ ਨੂੰ ਜਾਣਿਆ। ਮਹਾਦੇਵ ਬਰਾਗੀ ਕੌਣ ਆ? ਸ਼ਿਵ ਜੀ। ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਨਵਾਨੀ। ਹੁਣ ਜਿਹੜੇ ਮੈਂ ਚਾਰ ਸ਼ਬਦ ਤੁਹਾਡੇ ਨਾਲ ਸਾਂਝੇ ਕੀਤੇ, ਇਸ ਤੋਂ ਅੱਗੇ ਵੀ ਹੈਗੇ ਆ, ਪਰ ਸਮਾਂ ਨਹੀਂਗਾ, ਸਮਾਂ ਸੀਮਤ ਹੈ। ਹੁਣ ਇਹਦੇ ਵਿੱਚ ਗੁਰੂ ਨਾਨਕ ਨੇ ਕੀ ਕਿਹਾ, ਵਾਹਿਗੁਰੂ ਭੱਟ ਨੇ ਕੀ ਕਿਹਾ? ਭੱਟ ਕਹਿੰਦਾ ਵੀ ਸਭ ਨੇ ਇਹਦੇ ਵਿੱਚ ਮੈਂ ਤੁਹਾਨੂੰ ਗੁਨਾਹ ਦਿੱਤੇ ਆ। ਦੇਖੋ ਮੈਂ ਤਾਂ ਕਰਕੇ ਥੋੜਾ ਜਿਹਾ ਸ਼ਬਦ ਦੀ ਵਿਆਖਿਆ ਸਲੋ ਕੀਤੀ ਆ, ਹੌਲੀ ਕੀਤੀ ਆ, ਵੀ ਸਭ ਨੇ ਗੁਰੂ ਨਾਨਕ ਨੂੰ ਗਾਇਆ। ਕੀ ਬੰਦਿਆ ਤੂੰ ਗਾਇਆ? ਤੈਨੂੰ ਤਾਂ ਹਜੇ ਵੀ ਭਰੋਸਾ ਨਹੀਂ। ਜਿਨ੍ਹਾਂ ਦੇਵੀ ਗੁਰਬਾਣੀ ਕਹੀ ਜਾਂਦੀ, ਮੈਂ ਨਹੀਂ ਕਹਿੰਦਾ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਆਪਾਂ ਨੂੰ ਗੁਰਬਾਣੀ ਨੇ ਇਹ ਗੱਲ ਕਹੀ ਆ। ਭੱਟਾਂ ਦੇ ਸਵਈਆਂ ਵਿੱਚ ਪੜ੍ਹ ਲਿਓ, ਇਹ ਅਖੀਰ ਵਿੱਚ ਆਉਂਦੇ ਆ ਸਵਈਏ, ਉੱਥੇ ਪੜ੍ਹਿਓ। ਮਹਾਰਾਜ ਦਾ ਇੱਕ ਇੱਕ ਸ਼ਬਦ ਗੁਰਬਾਣੀ ਦਾ ਇਹ ਇਸ਼ਾਰਾ ਦੇ ਰਿਹਾ ਵੀ ਗੁਰੂ ਨਾਨਕ ਨੂੰ ਸਭ ਨੇ ਗਾਇਆ, ਸਭ ਨੂੰ ਯਾਦ ਕੀਤਾ, ਸਭ ਨੇ ਗੁਰੂ ਨਾਨਕ ਨੂੰ ਚੇਤੇ ਕੀਤਾ। ਪਰ ਬੰਦਾ ਇਹਨੂੰ ਹਜੇ ਵੀ ਨਹੀਂ ਯਕੀਨ ਹੈ ਵੀ ਗੁਰੂ ਨਾਨਕ ਦਾ ਸਿੱਖ। ਇਹ ਉਹਨਾਂ ਕੋਲੇ ਜਾ ਰਿਹਾ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਗਾਇਆ। ਇਦੋਂ ਵੱਡਾ ਮੂਰਖ ਬੰਦਾ ਕਿਵੇਂ ਹੋਵੇਗਾ? ਇਦੋਂ ਵੱਡਾ ਮੈਂ ਕਹਾਂ ਪਾਗਲ ਬੰਦਾ, ਬੁੱਧੀ ਤੇ ਪੜਦਾ ਹੀ ਪਿਆ ਨਾ। ਇਹ ਫਿਰ ਕਹਿੰਦਾ ਵੀ ਮੈਨੂੰ ਤੇ ਨਹੀਂ। ਹੁਣ ਉਸ ਗੁਰੂ ਨਾਨਕ ਨੇ, ਜਿਸ ਗੁਰੂ ਨਾਨਕ ਨੂੰ ਸਾਰੇ ਪੀਰ ਪਕੰਬਰ ਮੈਂ ਸ਼ਬਦ ਤੁਹਾਡੇ ਨਾਲ ਸਾਂਝੇ ਕੀਤੇ, ਉਸ ਗੁਰੂ ਨਾਨਕ ਸਾਰੇ ਪੀਰ ਪਕੰਬਰ ਗਾ ਰਹੇ ਆ, ਪਰ ਉਸ ਗੁਰੂ ਨਾਨਕ ਨੇ ਗਾਇਆ ਕਿਹਨੂੰ? ਸ਼ਬਦ ਗੁਰੂ ਸੁਰਤ ਧੁਨ ਚੇਲਾ। ਮਹਾਰਾਜ ਕਹਿੰਦੇ ਮੇਰਾ ਗੁਰੂ ਸ਼ਬਦ ਹੈ। ਸੁਰਤ ਜਿਹੜੀ, ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਸ਼ਬਦ ਦੀ ਧੁਨ, ਜਿੱਦਾਂ ਵਾਹਿਗੁਰੂ ਜਪਿਆ, ਵਾਹਿਗੁਰੂ ਵਾਹਿਗੁਰੂ, ਆ ਧੁਨ ਨਹੀਂ। ਸ਼ਬਦ ਦੀ ਧੁਨ ਦੇ ਵਿੱਚ ਧਿਆਨ ਲਾਉਣਾ। ਧਿਆਨ ਨਿਰਵਿਕਲਪ ਸਮਾਧੀ ਦੇ ਵਿੱਚ ਧਿਆਨ ਵੀ ਨਹੀਂ ਰਹਿੰਦਾ। ਇੱਕ ਸਾਵਕਲਪ ਸਮਾਧੀ ਹੁੰਦੀ, ਇੱਕ ਨਿਰਵਿਕਲਪ ਸਮਾਧੀ ਹੁੰਦੀ। ਸਮਾਧੀਆਂ ਤੇ ਵੈਸੇ ਵਿਚਾਰ ਸਾਗਰ ਦੇ ਵਿੱਚ ਕਈ ਦੱਸੀਆਂ, ਪਰ ਇੱਥੇ ਮੈਂ ਸੰਖੇਪ ਵਿੱਚ। ਨਿਰਵਿਕਲਪ ਜਿੱਥੇ ਸ਼ਬਦ ਦਾ ਧਿਆਨ ਵੀ ਨਹੀਂ ਰਹਿਣਾ, ਇਹ ਅਗੰਮੀ ਖੇਡ। ਪਰ ਸ਼ਬਦ ਨੇ ਇਸ਼ਾਰਾ ਕੀਤਾ, ਲਿਜਾਣਾ ਸ਼ਬਦ ਨੇ। ਸ਼ਬਦ ਦਾ ਇਸ਼ਾਰਾ ਧੁਨ ਮਹਿ, ਮਹਿ ਕਹਿੰਦੇ ਵਿੱਚ ਧੁਨ ਮਹਿ ਧਿਆਨ, ਧੁਨ ਦੇ ਵਿੱਚ ਧਿਆਨ, ਧਿਆਨ ਮਹਿ ਜਾਣਿਆ। ਹੁਣ ਧਿਆਨ ਵਿੱਚ ਜਾਣ ਲਿਆ ਕਿ ਇਹਨੂੰ, ਉਸ ਨਿਰੰਕਾਰ ਨੂੰ ਜਿਹੜਾ ਵਿਆਪਕ। ਫਿਰ ਉਹਦੇ ਬਾਅਦ ਦੱਸਿਆ ਜਾਊਗਾ। ਮਹਾਰਾਜ ਕਹਿੰਦੇ ਗੁਰਮੁਖ ਅਕਥ ਕਹਾਣੀ। ਭਾਈ ਇਹ ਕੋਈ ਗੁਰਮੁਖ ਦੱਸ ਨਹੀਂ ਸਕਦਾ, ਕਥ ਕਥਨ ਤੋਂ ਰਹਿਤ ਹੈ, ਦੱਸਿਆ ਨਹੀਂ ਜਾਣਾ। ਸ਼ਬਦ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਹੈ, ਦੇਹ ਗੁਰੂ ਨਹੀਂ, ਸਰੀਰ ਗੁਰੂ ਨਹੀਂ, ਕਾਇਆ ਗੁਰੂ ਨਹੀਂ। ਤਾਂ ਕਰਕੇ ਇਹ ਸੀ ਪਹਿਲੇ ਪਾਤਸ਼ਾਹ ਜਿਹਨੇ ਗੁਰੂ ਨੂੰ, ਸ਼ਬਦ ਨੂੰ